Hello students, in this video we will cover up a cue card and some speaking tips. This is my website www.ielsramneet.com. For any information you can check out this website, and the video will be bilingual Punjabi plus English. Start करते हैं. First of all, what you can see is the speaking band descriptors. Probably एक ही चीज़ है, ये चार पैरामीटर्स ने जिहदे बेसिस ते आपां नूं एग्जामिनर्स जज करते हैं. इन्हां नूं बहुत कॉम्पलैक्स समझिया जाता है. यूजली बच्चों नूं नहीं समझ आउंदी की चीज़ है. आपां थोड़ा जिहा इन्हां नूं जनरलाइज करके समझण की कोशिश करांगे. फस्ट जिहड़ा पैरामीटर है वो फ्लुएंसी एंड कोहेरेंस है. जिवें आपां नूं समझ आ ही रहा, फ्लुएंसी मतलब फ्लुएंट होना, स्पीकिंग दे विच फ्लुएंट होना. कोहेरेंस का एक्चुअल मीनिंग होता है कि जोड़ना चीज़ों. सो प्रॉबली कोहेरेंस मीनस कि अपनी सेंटेंसिस एक दूजे नाल जुड़ियां हुई हैं कि नहीं, अपने वर्ड्स एक दूजे नाल लिंक कर रहे हैं कि नहीं, या अपना पूरा जिहड़ा भी आप बोल रहे हैं फॉर एग्जाम्पल क्यू कार्ड बोल रहे हैं कि वो एक दूजे नाल लिंक्ड हैगा कि नहीं. ਇਹਦੇ 'ਚ 4 पॉइंट लिखे हुए है. रैपीटिशन ਇਹ ਫਲੂਐਂਸੀ ਦੇ ਵਿੱਚ ਹੈ ਕਿ ਰਿਪੀਟ ਨਾ ਹੋਵੇ ਕੋਈ ਚੀਜ਼. ਸੈਲਫ ਕਰੈਕਸ਼ਨ, ਆਪਾਂ ਆਪਦੇ ਆਪ ਨੂੰ ਸੈਲਫ ਕਰੈਕਟ ਨਾ ਕਰੀਏ ਬੋਲਦੇ ਹੋਏ. ਹੈਜ਼ੀਟੇਸ਼ਨ ਨਾ ਹੋਵੇ ਬੋਲਦੇ ਹੋਏ, ਦੈਟ ਮੀਨਸ ਕਿ ਫਲੂਐਂਟ ਹੋਣਾ ਚਾਹੀਦਾ. ਲਿੰਕਿੰਗ ਕਿਹਦੇ ਲਈ ਹੋਈ? ਵਰਡਸ ਦੇ ਲਈ ਹੋਈ, ਸੈਂਟੈਂਸਿਸ ਲਈ ਹੋਈ. ਠੀਕ ਹੈ, ਓਕੇ. ਸੈਕਿੰਡ ਪੈਰਾਮੀਟਰ ਹੈ ਲੈਕਸੀਕਲ ਰਿਸੋਰਸ. ਲੈਕਸੀਕਲ ਰਿਸੋਰਸ ਵਿੱਚ ਕੀ ਕਵਰ ਹੋਊਗਾ? ਵੋਕੈਬਲਰੀ ਮੀਨਸ ਦ ਸੈਟ ਆਫ ਵਰਡਸ ਵਿਚ ਵੀ ਯੂਜ਼ ਇਨ ਐਨੀ ਲੈਂਗੁਏਜ. ਜਿਵੇਂ ਇੰਗਲਿਸ਼ ਦੇ ਵਿੱਚ ਜਿੰਨੇ ਵਰਡਸ ਆਪਾਂ ਯੂਜ਼ ਕਰਦੇ ਹਾਂ ਵੋਕੈਬਲਰੀ ਦਾ ਪਾਰਟ ਹੈ. ਸੋ ਉਹ ਵਰਡਸ ਦੀ ਯੂਜ਼ੇਜ ਉਹਨੂੰ ਇੱਕ ਪੈਰਾਮੀਟਰ ਹੈ ਕਿ ਆਪਾਂ ਵੋਕੈਬਲਰੀ ਕਿਹੋ ਜਿਹੀ ਯੂਜ਼ ਕਰ ਰਹੇ ਹਾਂ, ਉਹਨੂੰ ਲੈਕਸੀਕਲ ਰਿਸੋਰਸ ਕਹਿੰਦੇ ਆ. ਉਹਦੇ ਵਿੱਚ ਕੀ ਚੀਜ਼ ਮਤਲਬ ਦੇਖੀ ਜਾਊਗੀ ਐਗਜ਼ਾਮੀਨਰ ਵੱਲੋਂ, ਦੈਟ ਇਜ਼ ਅ ਫਲੈਕਸੀਬਿਲਿਟੀ ਐਂਡ ਪ੍ਰਸੀਜ਼ਨ. ਕਿ ਵੋਕੈਬਲਰੀ ਜਿਹੜੇ ਵਰਡਸ ਯੂਜ਼ ਕਰ ਰਹੇ ਹੋ ਕਿੰਨੀ ਕੁ ਫਲੈਕਸੀਬਿਲਿਟੀ ਹੈ, ਆਪਾਂ ਕੀ ਰਿਪੀਟ ਤਾਂ ਨਹੀਂ ਕਰ ਰਹੇ ਵਰਡਸ ਨੂੰ ਬਾਰ-ਬਾਰ, ਕਿੰਨੇ ਕੁ ਵਰਡਸ ਜ਼ਿਆਦਾ ਯੂਜ਼ ਕਰ ਰਹੇ ਹੈ. ਅੱਛਾ, ਪ੍ਰਸੀਜ਼ਨ ਕਿੰਨੇ ਕਰੈਕਟਲੀ ਯੂਜ਼ ਕਰ ਰਹੇ. ਕੋਈ ਵੀ ਅਗਰ ਆਪਾਂ ਵੋਕੈਬਲਰੀ ਦਾ ਵਰਡਸ ਜਿਹੜੇ ਯੂਜ਼ ਕਰ ਰਹੇ ਕਿ ਉਹ ਕਰੈਕਟਲੀ ਯੂਜ਼ ਨੇ. ਐਂਡ ਇਹਦੇ 'ਚ ਅਗਰ ਆਪਾਂ ਥੋੜ੍ਹੇ ਐਡਵਾਂਸ ਲੈਵਲ 'ਤੇ ਜਾਂਦੇ ਹਾਂ ਤਾਂ ਕਿੰਨੇ ਕੁਛ ਈਡੀਅਮਸ ਯੂਜ਼ ਹੋ ਰਹੇ ਨੇ ਜਾਂ ਕੁਛ ਇਹੋ ਜਿਹੇ ਅਨਕੋਮਨ ਵਰਡ ਯੂਜ਼ ਹੋ ਰਹੇ ਨੇ, ਉਹ ਵੀ ਇਹਦੇ 'ਚ ਕਵਰ ਅਪ ਹੁੰਦਾ. ਥਰਡ ਪੈਰਾਮੀਟਰ ਹੈ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ. ਦੇਖ ਕੇ ਪਤਾ ਲੱਗ ਰਿਹਾ ਹੋਊਗਾ ਗ੍ਰਾਮਰ ਬਾਰੇ ਗੱਲ ਹੋ ਰਹੀ ਹੈ. ਰੇਂਜ ਦਾ ਮਤਲਬ ਹੁੰਦਾ ਹੈ ਕਿ ਆਪਣੀ ਗ੍ਰਾਮਰ ਯੂਜ਼ ਕਰਨ ਦੀ ਰੇਂਜ ਕਿੰਨੀ ਕੁ ਹੈ, ਕਿੱਥੋਂ ਤੱਕ ਆਪਾਂ ਯੂਜ਼ ਕਰਦੇ ਹਾਂ, ਕਿੰਨੀ ਫਲੈਕਸੀਬਿਲਿਟੀ ਹੈ ਆਪਣੀ. ਸੈਕਿੰਡ ਐਕੂਰੇਸੀ ਮਤਲਬ ਕਿ ਆਪਾਂ ਐਕੂਰੇਟਲੀ ਯੂਜ਼ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਹਾਂ. ਦੋ ਚੀਜ਼ਾਂ ਲਿਖੀਆਂ ਹੋਈਆਂ, ਰੇਂਜ ਆਫ ਸਟਰਕਚਰਸ ਐਂਡ ਗ੍ਰਾਮੈਟੀਕਲ ਐਰਰਸ. ਰੇਂਜ ਆਫ ਸਟਰਕਚਰਸ ਨੂੰ ਮਤਲਬ ਫੋਰ ਐਗਜ਼ਾਮਪਲ ਕਿ ਗ੍ਰਾਮਰ ਦੇ ਵਿੱਚ ਆਪਾਂ ਸਭ ਤੋਂ ਬਾਅਦ ਬੇਸਿਕਸ 'ਚ ਕੀ ਪੜ੍ਹਦੇ ਹਾਂ, ਨਾਊਨ, ਟੈਂਸਿਸ, ਐਡਜੈਕਟਿਵਸ, ਐਡਵਰਬਸ, ਇਹ ਸਾਰਾ ਕੁਛ ਗ੍ਰਾਮਰ ਦਾ ਪਾਰਟ ਹੈ. ਸੋ ਆਪਾਂ ਉਹਦੀ ਯੂਜ਼ੇਜ ਕਿੰਨੀ ਯੂਜ਼ ਕਰ ਰਹੇ ਹਾਂ, ਕਿ ਆਪਾਂ ਕਿੰਨੇ ਨਾਊਨ ਯੂਜ਼ ਕਰ ਰਹੇ ਹਾਂ, ਕਿੰਨੇ ਐਡਜੈਕਟਿਵਸ ਯੂਜ਼ ਕਰ ਰਹੇ ਹਾਂ, ਆਪਾਂ ਟੈਂਸ ਕਿੰਨੇ ਫਾਰਮ ਦੇ ਮਤਲਬ ਯੂਜ਼ ਕਰ ਰਹੇ ਕਿ ਉਹ ਐਕੂਰੇਟਲੀ ਯੂਜ਼ ਹੋ ਰਹੇ ਹੈ ਕਿ ਨਹੀਂ ਟੈਂਸ. ਐਂਡ ਆਲ ਦੋਜ਼ ਥਿੰਗਸ ਕਮ ਇਨ ਦਿਸ ਪੈਰਾਮੀਟਰ ਕਿ ਉਹ ਐਰਰ ਫ੍ਰੀ ਹੋਵੇ, ਗ੍ਰਾਮੈਟੀਕਲ ਐਰਰਸ ਘੱਟ ਹੋਣ ਅਤੇ ਉਹਦੇ. ਓਕੇ, ਫੋਰਥ ਪੈਰਾਮੀਟਰ ਜਿਹੜਾ ਹੈ ਉਹ ਪ੍ਰੋਨਾਂਸੀਏਸ਼ਨ ਦਾ ਹੈ. ਪ੍ਰੋਨਾਂਸੀਏਸ਼ਨ ਮਤਲਬ ਕਿਵੇਂ ਆਪਾਂ ਵਰਡਸ ਨੂੰ ਪ੍ਰੋਨਾਊਂਸ ਕਰ ਰਹੇ ਹਾਂ. ਇਹਦੇ ਸਭ ਤੋਂ ਮੇਨ ਜਿਹੜੀ ਚੀਜ਼ ਹੋ ਗਈ ਹੈ ਪ੍ਰਸੀਜ਼ਨ, ਮਤਲਬ ਕਿ ਆਪਾਂ ਕੀ ਐਕੂਰੇਟਲੀ ਕਰ ਰਹੇ ਹਾਂ. ਸੈਕਿੰਡ ਜਿਹੜੀ ਚੀਜ਼ ਹੈ ਅੰਡਰਸਟੈਂਡੇਬਿਲਿਟੀ. ਇਹ ਬੇਸਿਕ ਹੈ ਕਿ ਆਪਾਂ ਕੋਈ ਵਰਡਸ ਨੂੰ, ਸੈਂਟੈਂਸਿਸ ਨੂੰ ਪ੍ਰੋਨਾਊਂਸ ਕਰ ਰਹੇ ਹਾਂ, ਉਹਦੀ ਅੰਡਰਸਟੈਂਡੇਬਿਲਿਟੀ ਬਹੁਤ ਹੋਣੀ ਚਾਹੀਦੀ ਹੈ ਕਿ ਉਹ ਅੰਡਰਸਟੈਂਡੇਬਲ ਹੈਗਾ, ਕਿ ਐਗਜ਼ਾਮੀਨਰ ਸਮਝ ਪਾ ਰਿਹਾ ਕਿ ਆਪਾਂ ਇਸ ਤਰੀਕੇ ਦੇ ਨਾਲ ਤਾਂ ਨਹੀਂ ਬੋਲ ਰਹੇ ਕਿ ਉਹਨੂੰ ਕੁਛ ਚੀਜ਼ ਕਲੀਅਰ ਨਹੀਂ ਹੋ ਰਹੀ. ਫੋਰ ਐਗਜ਼ਾਮਪਲ ਕਿ ਮੈਂ ਇੱਕ ਐਕਸੈਂਟ ਵੀ ਲਿਖਿਆ ਹੋਇਆ, ਇਹ ਜਸਟ ਮੇਰੇ ਲਿਖਣ ਦਾ ਇਹੀ ਪਰਪਜ਼ ਹੈ, ਇਹ ਐਕਸਪਲੇਨ ਕਰਨਾ ਕਿ ਆਪਣਾ ਐਕਸੈਂਟ ਇੰਨਾ ਵੀ ਡਿਫਰੈਂਟ ਨਹੀਂ ਹੋਣਾ ਚਾਹੀਦਾ ਕਿ ਐਗਜ਼ਾਮੀਨਰ ਨੂੰ ਸਮਝ ਨਾ ਆਵੇ. ਪ੍ਰੋਬਬਲੀ ਐਕਸੈਂਟ ਮੈਟਰ ਨਹੀਂ ਕਰਦਾ, ਜਿਵੇਂ ਕਿ ਆਪਾਂ ਐਜ਼ ਅ ਪੰਜਾਬੀ ਆਪਾਂ ਨੂੰ ੜ ਲਾਉਣ ਦੀ ਆਦਤ ਹੁੰਦੀ ਹੈ, ਡਜ਼ਨਟ ਮੈਟਰ, ਲੇਕਿਨ ਆਏ ਨਾ ਹੋਵੇ ਕਿ ਉਹਨੂੰ ਸਮਝ ਨਾ ਆਵੇ. ਠੀਕ ਹੈ, ਸੋ ਇਸ ਚੀਜ਼ ਦਾ ਧਿਆਨ ਰੱਖਣਾ ਬਸ, ਹੋਰ ਇਸ 'ਚ ਕੋਈ ਚੀਜ਼ ਨਹੀਂ ਹੈ. 4 ਪੈਰਾਮੀਟਰਸ ਨੇ ਜਿਹੜੇ ਕਿ ਸਪੀਕਿੰਗ ਬੈਂਡ ਡਿਸਕ੍ਰਿਪਟਰਸ 'ਚ ਕਾਊਂਟ. ਨਾਓ ਥਿੰਗਸ ਟੂ ਰਿਮੈਂਬਰ, ਇੱਕ ਕੁਛ ਬੁਲਟ ਪੁਆਇੰਟ ਨੇ ਜਿਹੜੇ ਲਿਖੇ ਹੋਏ ਹੈ ਕਿ ਆਪਾਂ ਨੂੰ ਕੁਛ ਚੀਜ਼ਾਂ ਦਾ ਕਿਹੜੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ. ਫਸਟ ਪੁਆਇੰਟ ਇਜ਼ ਇੰਟਰੋਡਕਸ਼ਨ. ਨਾਲ ਮੈਂ ਇੱਕ ਬ੍ਰੈਕਟ ਦੇ ਵਿੱਚ ਪ੍ਰੈਕਟੀਕਲ ਵਰਡ ਲਿਖਿਆ ਹੈ. ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਇੱਕ ਕਿਊ ਕਾਰਡ ਦੀ ਇੱਕ ਪ੍ਰੋਪਰ ਇੰਟਰੋਡਕਸ਼ਨ ਹੋਣੀ ਚਾਹੀਦੀ ਹੈ. ਠੀਕ ਹੈ, ਕਿ ਉਹਨੂੰ ਆਪਾਂ ਇੰਟਰੋਡਿਊਸ ਕਰੀਏ ਕੁਛ ਵੀ ਰਿਲੇਟਡ. ਆਪਾਂ ਇੱਕ ਕਿਊ ਕਾਰਡ ਜਿਹੜਾ ਕਰਾਂਗੇ ਉਹਦੇ ਰਿਗਾਰਡਿੰਗ ਵੀ ਸ਼ਾਇਦ ਸਾਨੂੰ ਸਮਝ ਆਊਗੀ. ਉਸ ਕਿਊ ਕਾਰਡ ਦੇ ਰਿਲੇਟਡ ਕੋਈ ਵੀ ਇੰਟਰੋਡਕਸ਼ਨ ਹੋਵੇ ਤਾਂ ਥੋੜ੍ਹੀ ਪ੍ਰੈਕਟੀਕਲ ਹੋਵੇ, ਇਸ ਤਰ੍ਹਾਂ ਨਹੀਂ ਹੋਵੇ ਕਿ ਆਪਾਂ ਕੋਈ ਰੱਟੀ ਰਟਾਈ ਚੀਜ਼ ਬੋਲ ਰਹੇ ਹਾਂ. ਸੈਕਿੰਡ ਪੁਆਇੰਟ ਇਜ਼ ਇੰਟਰਸਟਿੰਗ. ਆਪਣਾ ਕਿਊ ਕਾਰਡ ਇੰਟਰਸਟਿੰਗ ਹੋਣਾ ਚਾਹੀਦਾ. ਅਗਰ ਇੰਟਰਸਟਿੰਗ ਵੇ 'ਚ ਆਪਾਂ ਕਿਊ ਕਾਰਡ ਨੂੰ ਐਕਸਪਲੇਨ ਕਰ ਰਹੇ ਹਾਂ, ਇੱਕ ਵਧੀਆ ਸਟੋਰੀ ਲਾਈਨ ਬਣਾ ਕੇ ਆਪਾਂ ਐਕਸਪਲੇਨ ਕਰ ਰਹੇ ਹਾਂ, ਤਾਂ ਉਹਦਾ ਸ਼ਾਇਦ ਇੰਪੈਕਟ ਬਹੁਤ ਹੁੰਦਾ ਨੇ. ਐਗਜ਼ਾਮੀਨਰ ਵੀ ਪ੍ਰੋਪਰ ਵੇ 'ਚ ਉਹਨੂੰ ਸੁਣਦਾ, ਨਹੀਂ ਤਾਂ ਉਹਦਾ ਜੇ ਇੰਟਰਸਟ ਨਹੀਂ ਬਣਦਾ ਤਾਂ ਥੋੜ੍ਹਾ ਜਿਹਾ ਇਗਨੋਰ ਕਰਨ ਲੱਗ ਜਾਂਦਾ ਆਪਾਂ ਨੂੰ.
थर्ड पॉइंट इज़ फॉर्मिंग क्यूज़ इन माइंड, ਜਿਹੜਾ ਕਿ ਬਹੁਤ ਇੰਪੋਰਟੈਂਟ ਹੈ। ਇੰਪੋਰਟੈਂਟ ਕਿਉਂ ਹੈ? ਕਿਉਂਕਿ ਇੱਕ ਕਿਊ ਕਾਰਡ ਦੇ ਵਿੱਚ ਕਿਊਜ਼ ਹੁੰਦੇ ਆ ਜਿਹੜੇ ਕਿ ਆਪਾਂ ਨੂੰ ਦਿੱਤੇ ਜਾਂਦੇ ਆ, ਕਲਿਊ ਦਿੱਤੇ ਜਾਂਦੇ ਆ ਕਿ ਆਪਾਂ ਪੁਆਇੰਟਸ ਜਿਹੜੇ ਕਵਰ ਕਰਨੇ ਆ। ਇਹਦੇ 'ਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੁੰਦਾ ਕਿ ਆਪਾਂ ਉਹ ਕਿਊਜ਼ ਹੀ ਕਰਨੇ ਆ। ਆਪਾਂ ਉਹ ਕਰ ਵੀ ਸਕਦੇ ਹਾਂ, ਐਕਸਟਰਾ ਵੀ ਕਰ ਸਕਦੇ ਹਾਂ, ਇੱਕ ਅੱਧਾ ਛੱਡ ਵੀ ਸਕਦੇ ਹਾਂ। ਅਤੇ ਹਰੇਕ ਕਿਊ ਕਾਰਡ ਦੇ ਆਪਦੇ ਕਿਊਜ਼ ਹੁੰਦੇ ਆ ਜਿਹੜੇ ਕਿ ਰਿਲੇਟਿਡ ਹੀ ਹੁੰਦੇ ਇੱਕ ਦੂਜੇ ਨਾਲ। ਆਪਾਂ ਆਪਦੇ ਮਾਈਂਡ 'ਚ ਬਣਾ ਸਕਦੇ ਹਾਂ, ਆਪਾਂ ਕਵਰ ਅਪ ਕਰਾਂਗੇ ਅੱਗੇ ਜਾ ਕੇ ਵੀ ਕਿਹੋ ਜਿਹੇ ਹੁੰਦੇ ਆ ਉਹ। ਇਹ ਬਹੁਤ ਇੰਪੋਰਟੈਂਟ ਹੈ ਕਿ ਆਪਦੇ ਆਪ 'ਚ ਹੀ ਉਹਨੂੰ ਬਣਾਉਣਾ ਤਾਂ ਕਿ ਆਪਣਾ ਕੰਟੈਂਟ ਬਣ ਸਕੇ। ਟੇਕਿੰਗ ਹੈਲਪ ਕਿੱਥੋਂ ਦੀ ਗੱਲ ਕਰ ਰਹੇ ਹਾਂ? ਅਗਰ ਆਪਾਂ ਨੂੰ ਕੋਈ ਹੈਲਪ ਐਗਜ਼ਾਮੀਨਰ ਤੋਂ ਮਿਲ ਰਹੀ ਹੈ ਸਪੀਕਿੰਗ ਦੇ ਵਿੱਚ, ਲਾਈਕ ਉਹ ਬੋਲਦੇ ਨਹੀਂ ਹੈ, ਬੋਲ ਕੇ ਦੱਸਣਗੇ, ਲੇਕਿਨ ਇਨ ਦਾ ਫਾਰਮ ਆਫ ਕਿਸੇ ਵੀ ਫਾਰਮ ਦੇ ਵਿੱਚ ਆਪਾਂ ਨੂੰ ਹੈਲਪ ਕਰ ਸਕਦੇ ਆ, ਉਹ ਹੈਲਪ ਲੈ ਸਕਦੇ ਹਾਂ। ਜਿਵੇਂ ਕਿ ਕਿਊਜ਼ ਦੀ ਹੈਲਪ ਲੈ ਸਕਦੇ ਹਾਂ, ਠੀਕ ਹੈ। ਕੁਛ ਵੀ ਕਿਸੇ ਵੀ ਟਾਈਪ ਦੀ ਹੈਲਪ ਆਪਾਂ ਨੂੰ ਐਗਜ਼ਾਮੀਨਰ ਦੇ ਰਹੇ ਆਪਾਂ ਨੂੰ ਹੌਸਲਾ ਦੇਣ ਲਈ, ਇਨ ਦਾ ਫਾਰਮ ਆਫ ਕਰੈਕਸ਼ਨਸ। ਕਈ ਵਾਰ ਆਪਾਂ ਨੂੰ ਕਰੈਕਟ ਕਰਦੇ ਰਹਿੰਦੇ, ਕਈ ਵਾਰ ਆਪਾਂ ਕੋਈ ਵਰਡ 'ਚ ਫਸ। ਓਕੇ, ਐਂਡ ਦਾ ਲਾਸਟ ਪੁਆਇੰਟ ਇਜ਼ ਮੱਕੜ ਕਿਊ ਕਾਰਡਸ। ਇਹ ਪੁਆਇੰਟ 'ਤੇ ਕ੍ਰੋਸ ਕਿਉਂ ਲਗਾਇਆ? ਮੇਰੇ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਮੋਸਟ ਆਫ ਦੀ ਸਟੂਡੈਂਟਸ ਟੇਕ ਹੈਲਪ ਫਰੋਮ ਮੱਕੜ ਕਿਊ ਕਾਰਡਸ। ਹੁਣ ਇਹ ਕਿਊ ਕਾਰਡਸ ਜਦੋਂ ਪਬਲਿਸ਼ ਹੁੰਦੇ ਆ ਪ੍ਰੋਪਰ ਵੇ 'ਚ ਹੁੰਦੇ ਆ, ਅੱਛਾ ਮਟੀਰੀਅਲ ਹੈ, ਨੋ ਡਾਊਟ ਆਪਾਂ ਇਹਨਾਂ ਦੀ ਹੈਲਪ ਲੈ ਸਕਦੇ ਹਾਂ। ਲੇਕਿਨ ਇਹ ਚੀਜ਼ ਨੂੰ ਕ੍ਰੈਮ ਨਾ ਕਰਿਆ ਕਰੋ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇਹੀ ਚੀਜ਼ ਨੂੰ ਕ੍ਰੈਮ ਕਰਦੇ ਆ। ਉਹ ਐਗਜ਼ਾਮੀਨਰਸ ਦੇ ਵਿੱਚ ਸੇਮ ਮਟੀਰੀਅਲ, ਸੇਮ ਚੀਜ਼ਾਂ ਰਿਪੀਟ ਹੁੰਦੀਆਂ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਚੀਜ਼ ਕ੍ਰੈਮਡ ਆ, ਉਹਦੇ ਵੱਲੋਂ ਨਹੀਂ ਬੱਚਾ ਦੇ ਰਿਹਾ। ਸੋ ਇਹ ਚੀਜ਼ ਨੂੰ ਥੋੜ੍ਹਾ ਜਿਹਾ ਅਵੋਇਡ ਕਰਿਆ ਕਰੋ। ਓਕੇ, ਡਿਸਕ੍ਰਾਈਬ ਅ ਰਿਸਕ ਯੂ ਹੈਵ ਟੇਕਨ ਵਿਚ ਹੈਡ ਅ ਪੋਜ਼ੀਟਿਵ ਰਿਜ਼ਲਟ। ਕਿਊ ਕਾਰਡ ਨੇਮ ਕੀ ਹੈ? ਡਿਸਕ੍ਰਾਈਬ ਰਿਸਕ ਯੂ ਹੈਵ ਟੇਕਨ ਵਿਚ ਹੈਡ ਅ ਪੋਜ਼ੀਟਿਵ ਰਿਜ਼ਲਟ। ਇਹਨੂੰ ਕਵਰ ਅਪ ਕਰਾਂਗੇ, ਠੀਕ ਹੈ। ਐਂਡ ਦੇਖਾਂਗੇ ਕਿ ਇਹਨੂੰ ਆਪਾਂ ਨੂੰ ਕਿਵੇਂ ਬਣਾ ਸਕਦੇ ਹਾਂ ਕਿਊ ਕਾਰਡ। ਅੱਛਾ, ਜਦੋਂ ਵੀ ਆਪਾਂ ਟਾਈਟਲ ਪੜ੍ਹਿਆ ਤਾਂ ਆਪਣੇ ਦਿਮਾਗ 'ਚ ਕੀ ਆਇਆ ਕਿ ਰਿਸਕ ਬਹੁਤ ਤਰੀਕੇ ਦੇ ਹੋ ਸਕਦੇ ਹੈ। ਰਿਸਕ ਇੱਕ ਆਮ ਇਨਸਾਨ ਵੀ ਲੈਂਦਾ, ਆਪਾਂ ਵੀ ਬਹੁਤ ਰਿਸਕ ਲੈ ਲੈਂਦੇ ਹਾਂ ਛੋਟੇ ਮੋਟੇ, ਕਿ ਆਪਾਂ ਕੋਈ ਨਵੀਂ ਚੀਜ਼ ਕਰੀਏ ਉਹਦੇ 'ਚ ਵੀ ਰਿਸਕ ਹੋ ਸਕਦਾ, ਆਪਾਂ ਨੂੰ ਨਹੀਂ ਨੌਲੇਜ ਹੈ ਕੋਈ ਚੀਜ਼ ਉਹਦੇ ਰਿਸਕ ਹੋ ਸਕਦਾ। ਵੱਡੇ ਰਿਸਕ ਵੀ ਹੋ ਸਕਦੇ ਆ, ਲੋਕ ਚੀਜ਼ਾਂ 'ਚ ਕੋਈ ਐਕਟੀਵਿਟੀਜ਼ ਇਹੋ ਜਿਹੀਆਂ ਕਰਦੇ ਆ, ਜਿਵੇਂ ਕੋਈ ਕਾਰ ਰੇਸਿੰਗ ਕਰ ਰਿਹਾ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹਦੇ 'ਚ ਸ਼ਾਇਦ ਜਾਨ ਦਾ ਵੀ ਰਿਸਕ ਹੁੰਦਾ ਹੈ, ਠੀਕ ਹੈ। ਕੋਈ ਬਿਜ਼ਨਸਮੈਨ ਵੀ ਰਿਸਕ ਲੈ ਸਕਦਾ, ਕੋਈ ਇਨਵੈਸਟਮੈਂਟ ਕਰ ਸਕਦਾ ਮਨੀ। ਸੋ ਬਹੁਤ ਤਰੀਕੇ ਦੇ ਰਿਸਕ ਹੁੰਦੇ ਆ ਲਾਈਫ ਦੇ ਵਿੱਚ। ਪ੍ਰੋਬਬਲੀ ਆਪਾਂ ਅਕੈਡਮਿਕਲੀ ਸੋਚੀਏ, ਬੱਚਿਆਂ ਦੇ ਆਧਾਰ 'ਤੇ ਸੋਚੀਏ ਤਾਂ ਸਟੂਡੈਂਟਸ ਕੀ ਸੋਚਣਗੇ, ਜਿਵੇਂ ਆਪਦੇ ਕਰੀਅਰ ਦੇ ਰਿਲੇਟਿਡ ਕੋਈ ਰਿਸਕ ਹੋ ਸਕਦਾ ਹੈ। ਸੋ ਇਸ ਤਰੀਕੇ ਨਾਲ ਆਪਾਂ ਇੱਕ ਕਿਊ ਕਾਰਡ ਬਣਾਵਾਂਗੇ। ਹੁਣ ਮੈਂ ਇੱਕ ਪੁਆਇੰਟ ਡਿਸਕਸ ਕੀਤਾ ਸੀ ਪਿੱਛੇ, ਥਰਡ ਪੁਆਇੰਟ, ਫਾਰਮਿੰਗ ਕਿਊਜ਼ ਇਨ ਮਾਈਂਡਸ। ਹੁਣ ਚੈੱਕ ਕਰਦੇ ਹਾਂ ਕਿ ਕਿਊਜ਼ ਕਿਵੇਂ ਬਣ ਸਕਦੇ ਆ। ਫੋਰ ਐਗਜ਼ਾਮਪਲ, ਵਾਟ, ਵਾਈ, ਵੈਨ, ਰਿਜ਼ਲਟ। ਇਹ ਇਹੋ ਜਿਹੇ ਕਿਊਜ਼ ਨੇ ਜਿਹੜੇ ਹਰ ਕਿਊ ਕਾਰਡ ਦੇ ਵਿੱਚ ਅਪਲਾਈ ਹੋ ਸਕਦੇ ਆ। ਜਿਵੇਂ ਕਿ ਵਾਟ ਮਤਲਬ ਇਹਦੇ 'ਚ ਦੇਖੀਏ ਤਾਂ ਡਿਸਕ੍ਰਾਈਬ ਰਿਸਕ ਟੇਕਨ, ਮਤਲਬ ਵਾਟ ਮਤਲਬ ਕਿਹੜਾ ਰਿਸਕ ਸੀ, ਵਾਈ ਤੁਸੀਂ ਉਹ ਰਿਸਕ ਕਿਉਂ ਲਿਆ, ਠੀਕ ਹੈ। ਵੈਨ ਉਹ ਕਦੋਂ ਲਿਆ ਰਿਸਕ, ਰਿਜ਼ਲਟ ਉਹਦਾ ਰਿਜ਼ਲਟ ਕੀ ਆਇਆ। ਸੋ ਇਹ ਜਿਹੜੇ ਕਿਊਜ਼ ਨੇ ਸਾਰੇ ਕਿਤੇ ਅਪਲਾਈ ਹੁੰਦੇ ਨੇ, ਜਿਹੜੇ ਕੁਐਸਚਨ ਮਾਰਕਸ ਨੇ ਸਾਰੇ ਕਿਤੇ ਅਪਲਾਈ ਹੁੰਦੇ ਨੇ, ਹਰ ਕਿਊ ਕਾਰਡ ਦੇ ਨਾਲ ਰਿਲੇਟ ਕਰਦੇ ਆ। ਇਹਨੂੰ ਮਾਈਂਡ 'ਚ ਬਣਾਓ, ਠੀਕ ਹੈ। ਇਹ ਨਾਲ ਦੀ ਨਾਲ ਕੰਟੈਂਟ ਆਪੇ ਬਣ ਲੱਗ ਜੂਗਾ। ਵਾਟ ਮਤਲਬ ਇਹ ਕੀ ਰਿਸਕ ਸੀਗਾ, ਇਹ ਕਿਉਂ ਲਿਆ, ਤੁਸੀਂ ਕਦੋਂ ਲਿਆ, ਉਹ ਆਪ ਖੁਦ ਬ ਖੁਦ ਉਹਦਾ ਕੰਟੈਂਟ ਬਣ ਲੱਗ ਜੂਗਾ, ਠੀਕ ਹੈ। ਸੋ ਇਹ ਪੁਆਇੰਟ ਮੈਂ ਕਵਰ ਅਪ ਕਰਨਾ ਚਾਹੁੰਦਾ ਸੀ। ਹੁਣ ਲੈਟ ਅਸ ਮੂਵ ਔਨ ਟੂ ਦ ਕਿਊ ਕਾਰਡ। ਸੋ ਫਸਟ ਆਫ ਆਲ, ਇੰਟਰੋਡਕਸ਼ਨ। Taking a risk to achieve a goal requires the courage to face the fear of uncertainty. ਸੋ ਇੱਕ ਡੈਫੀਨੇਸ਼ਨ ਦੇ ਆਧਾਰ 'ਤੇ ਇੱਕ ਮੈਂ ਇੰਟਰੋਡਕਸ਼ਨ ਦੇਤੀ ਕਿ ਜਦੋਂ ਆਪਾਂ ਰਿਸਕ ਲੈਂਦੇ ਹਾਂ, ਠੀਕ ਹੈ, ਕੋਈ ਗੋਲ ਅਚੀਵ ਕਰਨ ਲਈ, ਤਾਂ ਆਪਾਂ ਨੂੰ ਇਹਦੇ 'ਚ ਕਰੇਜ ਚਾਹੀਦੀ ਹੈ, ਹਿੰਮਤ ਚਾਹੀਦੀ ਹੈ। ਕੀ ਚੀਜ਼ ਕਰਨ ਲਈ? ਫੇਸ ਕਰਨ ਲਈ ਅਨਸਰਟਨਟੀ, ਕਿਉਂਕਿ ਉਸ ਚੀਜ਼ ਸਰਟਨ ਨਹੀਂ ਹੈ, ਪੱਕਾ ਨਹੀਂ ਉਹ ਚੀਜ਼ ਹੋਊਗੀ ਕਿ ਨਹੀਂ, ਉਹਦੇ 'ਚ ਰਿਸਕ ਹੈ। ਸੋ ਉਹਨੂੰ ਫੇਸ ਕਰਨ ਲਈ ਆਪਾਂ ਨੂੰ ਹਿੰਮਤ ਚਾਹੀਦੀ ਹੈ। ਸੋ ਉਹ ਇੱਕ ਰਿਸਕ ਟੇਕਿੰਗ ਦੀ ਥੋੜ੍ਹੀ ਜਿਹੀ ਇੰਟਰੋਡਕਸ਼ਨ ਹੋ ਗਈ। ਫਿਰ ਥੋੜ੍ਹੀ ਜਿਹੀ ਮੈਂ ਆਪਦੀ ਇੰਟਰੋਡਕਸ਼ਨ ਦੇ ਰਿਹਾ। ਐਜ਼ ਐਨ ਐਵਰੇਜ ਸਟੂਡੈਂਟ ਇਨ ਕਾਲਜ ਆਈ ਆਲਵੇਜ਼ ਅਵੋਇਡਡ ਟੇਕਿੰਗ ਰਿਸਕ ਇਨ ਮਾਈ ਲਾਈਫ। ਮੈਂ ਆਪਦੀ ਗੱਲ ਕਰਨ ਲੱਗ ਗਿਆ ਕਿ ਮੈਂ ਕਾਲਜ 'ਚ ਬਹੁਤ ਐਵਰੇਜ ਸੀਗਾ, ਤਾਂ ਮੈਂ ਹਮੇਸ਼ਾ ਅਵੋਇਡ ਕਰਦਾ ਸੀਗਾ ਲਾਈਫ 'ਚ ਰਿਸਕ ਲੈਣ ਲਈ, ਰਿਸਕ ਲੈਣ ਤੋਂ ਅਵੋਇਡ ਕਰਦਾ ਸੀਗਾ। I received my graduate degree and started working as an engineer in a small company. ਜਦੋਂ ਮੇਰਾ ਕਾਲਜ ਖਤਮ ਹੋਇਆ, ਠੀਕ ਹੈ, ਤਾਂ ਮੈਂ ਕੀ ਕੀਤਾ, ਐਜ਼ ਅ ਇੰਜੀਨੀਅਰ ਕੰਮ ਕਰਨ ਲੱਗ ਗਿਆ ਇੱਕ ਛੋਟੀ ਕੰਪਨੀ ਦੇ ਵਿੱਚ। Although it was my first job, I was not satisfied with it. So I decided to quit it and follow my gaming passion. So ਇੱਥੇ ਇਹ
ਆਲਮੋਸਟ ਇੰਟਰੋਡਕਸ਼ਨ ਹੀ ਚੱਲ ਰਹੀ ਹੈ ਕਿ ਮੈਂ ਹਜੇ ਤੱਕ ਰਿਸਕ ਦੀ ਗੱਲ ਨਹੀਂ ਕੀਤੀ, ਮੈਂ ਇੰਟਰੋਡਿਊਸ ਕਰ ਰਿਹਾ ਵੀ ਕਿਸ ਤਰ੍ਹਾਂ ਮੈਂ ਇੱਥੇ ਇਹ ਐਕਸਪਲੇਨ ਕੀਤਾ ਕਿ ਮੈਂ ਕਾਲਜ ਤੋਂ ਬਾਅਦ ਇੱਕ ਜੌਬ ਜੁਆਇਨ ਕੀਤੀ, ਮੈਂ ਉੱਥੋਂ ਸੈਟਿਸਫਾਈਡ ਨਹੀਂ ਸੀਗਾ, ਠੀਕ ਹੈ। ਸੋ ਮੈਂ ਕੀ ਕੀਤਾ, ਉਹਨੂੰ ਕੁਇਟ ਕੀਤਾ ਅਤੇ ਮੈਂ ਕੀ ਫੋਲੋ ਕੀਤਾ, ਮੈਂ ਆਪਦਾ ਗੇਮਿੰਗ ਪੈਸ਼ਨ ਕਿ ਮੇਰਾ ਗੇਮਿੰਗ ਦਾ ਪੈਸ਼ਨ ਹੈ ਤਾਂ ਮੈਂ ਉਹਨੂੰ ਫੋਲੋ ਕੀਤਾ। ਪ੍ਰੋਬਬਲੀ ਇਹ ਕੀ ਹੈ, ਮੇਰੇ ਰਿਸਕ ਸੀ ਮੇਰੇ ਲਈ, ਕਿਉਂਕਿ ਇਟ ਵਾਜ਼ ਕਿ ਮੈਂ ਆਪਦੀ ਜੌਬ ਛੱਡ ਰਿਹਾ ਅਤੇ ਮੈਂ ਇਸ ਚੀਜ਼ ਨੂੰ ਨਵੇਂ ਬਿਲਕੁਲ ਸਟਾਰਟਿੰਗ ਤੋਂ ਸਟਾਰਟ ਕਰ ਰਿਹਾ। ਸੋ ਇਹ ਮੇਰੇ ਲਈ ਰਿਸਕ ਸੀਗਾ ਕਿਉਂਕਿ ਐਟ ਫਸਟ ਨੋ ਵਨ ਸਪੋਰਟਿਡ ਮੀ and I supposed it to be the biggest risk in my life which I regarded would be very disappointing. So probably ਜਦੋਂ ਮੈਂ ਉਹ ਸਟੈਪ ਲਿਆ ਤਾਂ ਮੈਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ ਅਤੇ ਮੈਨੂੰ ਲੱਗਣ ਲੱਗ ਗਿਆ ਵੀ ਇਹ ਮੇਰਾ ਸਭ ਤੋਂ ਲਾਈਫ ਦਾ ਵੱਡਾ ਰਿਸਕ ਹੈ ਜਿਹੜਾ ਮੈਂ ਲੈ ਲਿਆ। ਐਂਡ ਮੈਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਬਹੁਤ ਡਿਸਅਪੋਇੰਟਿੰਗ ਹੋਣ ਲੱਗਿਆ, ਮੇਰੇ ਫਿਊਚਰ ਲਈ ਬਹੁਤ ਡਿਸਅਪੋਇੰਟਿੰਗ ਹੋਊਗਾ। ਬਟ ਐਸ ਟਾਈਮ ਪਾਸਡ from becoming popular among locals I became a city hero। ਲੇਕਿਨ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਮੈਂ ਲੋਕਲ ਉੱਥੇ ਮੌਬ ਦੇ ਵਿੱਚ ਜਿਹੜੇ ਲੋਕਲ ਗੇਮਿੰਗ ਵਾਲੇ ਸੀਗੇ ਉਹਨਾਂ 'ਚ ਪੋਪੂਲਰ ਹੋਇਆ ਅਤੇ ਇੱਕ ਸਿਟੀ ਦੇ ਵਿੱਚ ਪੂਰਾ ਹੀਰੋ ਬਣ ਗਿਆ। I accelerated very swiftly and became a top rated PUBG player, a game viral in Asian countries। ਪ੍ਰੋਬਬਲੀ ਇੱਥੇ ਮੈਂ ਥੋੜ੍ਹਾ ਜਿਹਾ ਇੰਟਰੋਡਿਊਸ ਹੋਰ ਕਰਤਾ ਇਸ ਚੀਜ਼ ਨੂੰ, ਮੈਂ ਉੱਥੇ ਜਸਟ ਗੇਮਿੰਗ ਪੈਸ਼ਨ ਬਾਰੇ ਬੋਲ ਰਿਹਾ ਸੀ, ਹੁਣ ਮੈਂ ਥੋੜ੍ਹਾ ਜਿਹਾ ਕਲੀਅਰ ਕਰਤਾ ਮੈਂ ਕੀ ਕਰ ਰਿਹਾ ਸੀਗਾ। ਮੈਂ PUBG ਗੇਮ ਜਿਹੜੀ ਕਿ ਬਹੁਤ ਪੋਪੂਲਰ ਹੈ, ਸਾਰੇ ਬੱਚਿਆਂ ਨੂੰ ਪਤਾ ਹੀ ਹੋਊਗੀ, ਉਹਦੇ ਵਿੱਚ ਇੱਕ ਮੈਂ ਬਹੁਤ ਐਕਸਲੇਟ ਕਰਨ ਲੱਗ ਗਿਆ, ਠੀਕ ਹੈ। ਉਹਦੇ ਵਿੱਚ ਮੈਂ ਇੱਕ ਟੌਪ ਪਲੇਅਰ ਬਣ ਗਿਆ ਅਤੇ ਉਹ ਗੇਮ ਦੀ ਥੋੜ੍ਹੀ ਇੰਟਰੋਡਕਸ਼ਨ ਦੇ ਦਿੱਤੀ ਕਿ ਜਿਹੜੀ ਉਹ ਗੇਮ ਹੈ ਉਹ ਬਹੁਤ ਪੋਪੂਲਰ ਏਸ਼ੀਅਨ ਕੰਟਰੀਜ਼ 'ਚ। ਆਈ ਸਟਾਰਟਿਡ ਮਾਈ ਓਨ YouTube ਚੈਨਲ ਵਿਚ ਗ੍ਰੈਬਡ 1 ਲੱਖ ਸਬਸਕ੍ਰਾਈਬਰਸ ਵਿਦਿਨ ਅ ਮੰਥ। ਮੈਂ ਕੀ ਕੀਤਾ, ਆਪਦਾ YouTube ਚੈਨਲ ਵੀ ਸਟਾਰਟ ਕੀਤਾ ਜਿਹਨੇ ਕਿ 1 ਲੱਖ ਸਬਸਕ੍ਰਾਈਬਰਸ ਵੀ ਹੋ ਗਏ ਜਿਹਦੇ ਇੱਕ ਮੰਥ ਦੇ ਵਿੱਚ। ਆਈ ਫਾਰਮਡ ਅ ਟੀਮ ਵੈਰੀ ਕੁਇਕਲੀ ਐਂਡ ਵਾਜ਼ ਰੂਲਿੰਗ ਦ ਗੇਮ ਵਿਦਿਨ ਅ ਸ਼ਾਰਟ ਪੀਰੀਅਡ। ਸੋ ਮੈਂ ਇੱਕ ਟੀਮ ਵੀ ਫਾਰਮ ਕੀਤੀ, ਕਲੈਨ ਫਾਰਮ ਕੀਤਾ ਅਤੇ ਮੈਂ ਗੇਮ ਦੇ ਵਿੱਚ ਰੂਲ ਕਰਨ ਲੱਗ ਗਿਆ ਥੋੜ੍ਹੇ ਜਿਹੇ ਟਾਈਮ ਦੇ ਵਿੱਚ। ਐਟ ਪ੍ਰੈਜ਼ੈਂਟ ਆਈ ਹੈਵ 1.5 ਮਿਲੀਅਨ ਸਬਸਕ੍ਰਾਈਬਰਸ ਐਂਡ ਆਈ ਅਰਨ ਅ ਹੈਫਟੀ ਥੈਫਟ ਫਰੋਮ ਗੇਮਿੰਗ। ਨੋ ਡਾਊਟ ਮੇਰਾ ਕੋਈ ਵੀ ਇਹੋ ਜਿਹਾ ਚੈਨਲ ਨਹੀਂ ਹੈ, ਜਸਟ ਹਾਈਪੋਥੈਟੀਕਲ ਹੈ, ਲੇਕਿਨ ਮੈਨੂੰ ਬਹੁਤ ਇੰਟਰਸਟ ਹੈ, ਮੈਂ ਗੇਮ ਖੇਡਦਾ। ਤਾਂ ਮੇਰੇ ਲਈ ਇਹ ਜਦੋਂ ਮੈਂ ਕਿਊ ਕਾਰਡ ਦੇਖਿਆ ਤਾਂ ਫਸਟ ਸਟਰਕ ਮੈਨੂੰ ਜਿਹੜੀ ਪਹਿਲੀ ਗੱਲ ਸਟਰਕ ਕੀਤੀ ਉਹ ਇਹ ਸੀਗੀ। I feel very contented now and even my family and my friends who were unsure of me choosing such an unpredictable profession are happy for me। ਜਿਹੜੇ ਕਿ ਦੇਖੋ ਕੰਟੈਂਟਡ ਹੈ ਮੈਂ ਸੈਟਿਸਫਾਈਡ ਹਾਂ ਇਸ ਚੀਜ਼ ਨਾਲ, ਅਤੇ ਮੇਰੀ ਫੈਮਿਲੀ ਅਤੇ ਮੇਰੇ ਫਰੈਂਡਸ ਜਿਹੜੇ ਕਿ ਮੈਨੂੰ ਸਪੋਰਟ ਨਹੀਂ ਕਰ ਰਹੇ ਸੀ, ਅਨਸ਼ੋਰ ਸੀਗੇ ਮੇਰੇ ਬਾਰੇ, ਇਸ ਵੀ ਮੈਂ ਇਹ ਚੂਜ਼ ਕਰ ਰਿਹਾ ਹੁਣ ਬਹੁਤ ਮੇਰੇ ਲਈ ਖੁਸ਼ ਨੇ, ਦੇ ਆਰ ਹੈਪੀ ਫॉर मी ਇਟ ਪ੍ਰੂਵ ਟੂ ਬੀ ਰਿਸਕ ਵਰਥ ਟੇਕਿੰਗ। ਇਹ ਮੇਰੇ ਲਈ ਇਹੋ ਜਿਹਾ ਰਿਸਕ ਸੀਗਾ ਜਿਹੜਾ ਕਿ ਵਰਥ ਰਿਹਾ, ਮੇਰੇ ਲਈ ਬਹੁਤ ਬੈਨੀਫੀਸ਼ੀਅਲ ਰਿਹਾ। ਸੋ ਰਿਸਕ ਲਿਆ ਲੇਕਿਨ ਇਹਦਾ ਰਿਜ਼ਲਟ ਜਿਹੜਾ ਸੀਗਾ ਪੋਜ਼ੀਟਿਵ ਸੀਗਾ, ਠੀਕ ਹੈ। ਸੋ ਕਿਊ ਕਾਰਡ ਦੇ ਵਿੱਚ ਜਿਹੜਾ ਟੌਪਿਕ ਸੀਗਾ ਉਹਦੇ ਵਿੱਚ ਆਪਾਂ ਕੀ ਕਵਰ ਕਰਨਾ ਸੀਗਾ ਕਿ ਰਿਸਕ, ਇਹ ਜਿਹਾ ਕੋਈ ਵੀ ਰਿਸਕ ਜਿਹੜਾ ਕਿ ਜਿਹਦਾ ਕਿ ਰਿਜ਼ਲਟ ਪੋਜ਼ੀਟਿਵ ਆਇਆ, ਪਰ ਰਿਸਕ ਦੱਸਿਆ ਕੀ ਲਿਆ ਉਹਦਾ ਰਿਜ਼ਲਟ ਪੋਜ਼ੀਟਿਵ ਆਇਆ, ਕਿ ਕਿਵੇਂ ਪੋਜ਼ੀਟਿਵ ਆਇਆ ਉਹ ਦੱਸਿਆ, ਇੰਟਰੋਡਕਸ਼ਨ ਪ੍ਰੋਪਰ ਵੇ ਦੇ ਵਿੱਚ ਐਕਸਪਲੇਨ ਕੀਤੀ, ਐਂਡ ਜਿਹੜੇ ਮੈਂ ਤੁਹਾਨੂੰ ਕਿਊਜ਼ ਕਹੇ ਸੀ ਵਾਟ, ਵਾਈ, ਵੈਨ ਐਂਡ ਦ ਰਿਜ਼ਲਟ, ਇਹ ਸਾਰੇ ਆਪਾਂ ਕਵਰ ਕੀਤੇ। ਸੋ ਮੇਰੀ ਇੱਕ ਕੋਸ਼ਿਸ਼ ਸੀਗੀ ਕਿ ਸਪੀਕਿੰਗ ਕਿਊ ਕਾਰਡਸ ਨੂੰ ਥੋੜ੍ਹਾ ਜਿਹਾ ਸਿੰਪਲੀਫਾਈ ਕੀਤਾ ਜਾਵੇ, ਕਿਉਂਕਿ ਬੱਚੇ ਬਹੁਤ ਡਰਦੇ ਨੇ, ਐਡੀ ਕੋਈ ਡਰਨ ਵਾਲੀ ਚੀਜ਼ ਨਹੀਂ ਹੈ, ਠੀਕ ਹੈ। ਉਹਨੂੰ ਸਿੰਪਲੀਫਾਈ ਕਰਕੇ ਇੱਕ ਕਿਊ ਕਾਰਡ ਬਣਾਇਆ ਐਂਡ ਬਹੁਤ ਪ੍ਰੈਕਟੀਕਲ ਵੇ ਦੇ ਵਿੱਚ ਬਣਾਇਆ, ਜਿਹੜਾ ਕਿ ਮੈਨੂੰ ਖੁਦ ਨੂੰ ਲੱਗ ਰਿਹਾ ਸੀਗਾ ਕਿ ਮੈਂ ਮੇਰੇ ਦਿਮਾਗ 'ਚ ਫਸਟ ਟਾਈਮ ਇਹ ਚੀਜ਼ ਆਈ, ਮੈਂ ਉਸ ਚੀਜ਼ ਨੂੰ ਇਸ ਵੀਡੀਓ ਦੇ ਵਿੱਚ ਕਵਰ ਕੀਤਾ ਹੈ। ਥੈਂਕ ਯੂ। ਮੇਰਾ ਚੈਨਲ ਸਬਸਕ੍ਰਾਈਬ ਕਰੋ and support me in this initiative of making videos on IELTS. Thank you.